मेरे गोविंदा बस मेरे प्यारिया बस मेरे गोविंदा बस मेरे प्यारिया बस मेरे गोविंदा कर कृपा मन वास जियो कर कृपा बस मेरे प्यारिया बस मेरे गोविंदा बस मेरे प्यारिया बस मेरे गोविंदा मन चिंदड़ा हल पाया मेरे गोविंदा मन चिंदड़ा हल पाया मैंने गोविंदा गुरपूरा वेख विगस जियो गुरपूरा वेख विगस जियो बस मेरे प्यारिया बस मेरे गोविंदा बस मेरे प्यारिया बस मेरे गोविंदा हर कर कृपा मन वास जियो हर कर कृपा मन वास जियो बस मेरे प्यारिया बस मेरे गोविंदा बस मेरे प्यारिया बस मेरे गोविंदा हर नाम मिलिया सुहागनी मेरे गोविंदा हर नाम मिलिया सुहागनी मेरे गोविंदा माने आन दिन आनंद रहस जियो माने आन दिन आनंद रहस जियो बस
ਮੇਰੇ ਗੋਬਿੰਦਾ ਬਸ ਮੇਰੇ ਪਿਆਰਿਆ ਬਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਹਰ ਕਰ ਕਿਰਪਾ ਮਨ ਵਾਸ ਜਿਉ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਵਸ ਮੇਰੇ ਗੋਬਿੰਦਾ। बहुत जन्म बिछरे थे माधो बहुत जन्म बिछरे थे माधो बहुत जन्म एहो जन्म तुम्हारे देखे एहो जन्म तुम्हारे लेके बहुत जन्म बिछरे थे माधो बहुत जन्म बिछरे थे माधो बहुत जन्म एहो जन्म तुम्हारे लेके एहो जन्म तुम्हारे लेके बहुत जन्म बिछरे थे माधो बहुत जन्म हम सर दीन दयाल ना तुम सर जी हम सर दीन दयाल ना तुम सर अब पतियार क्या कीजै जी अब पतियार क्या कीजै बचनी तोर मोर मन बानै जी बचनी तोर मोर मन बानै जन को पूरन दीजै जन को पूरन दीजै बहुत जन्म बिछरे थे माधो बहुत जन्म एहो जन्म तुम्हारे लेके एहो जन्म तुम्हारे लेके बहुत जन्म बिछड़े थे माधो बहुत जन्म बिछड़े थे माधो बहुत जन्म हम बल बल जाओ रमैया कारण हाँ बल बल जाओ हाँ बल बल जाओ हाँ बल बल जाओ
ਕਾਰਨ ਕਬਨਿਆ ਬੋਲ, ਕਾਰਨ ਕਬਨਿਆ ਬੋਲ। ਹਾਂ ਬਲ ਬਲ ਜਾਉ ਰਮਈਆ ਕਾਰ ਨੇ, ਹਾਂ ਬਲ ਬਲ ਜਾਉ ਰਮਈਆ ਕਾਰ ਨੇ, ਕਾਰਨ ਕਬਨਿਆ ਬੋਲ ਜੀ, ਕਾਰਨ ਕਬਨਿਆ ਬੋਲ। ਬਹੁਤ ਜਨਮ ਵਿਛੜੇ ਤੇ ਬਾਦੋਂ, ਬਹੁਤ ਜਨਮ ਵਿਛੜੇ ਤੇ ਬਾਦੋਂ, ਬਹੁਤ ਜਨਮ ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਵਿਛੜੇ ਤੇ ਬਾਦੋਂ, ਬਹੁਤ ਜਨਮ। ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਪਇਓ ਦਰਸ਼ਨ ਦੇਖੇ ਜੀ, ਚਿਰ ਪਇਓ ਦਰਸ਼ਨ ਦੇਖੇ। ਬਹੁਤ ਜਨਮ ਵਿਛੜੇ ਤੇ ਬਾਦੋਂ, ਬਹੁਤ ਜਨਮ ਵਿਛੜੇ ਤੇ ਬਾਦੋਂ, ਬਹੁਤ ਜਨਮ ਇਹੋ ਜਨਮ ਤੁਮਾਰੇ ਲੇਖੇ, ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਵਿਛੜੇ ਤੇ ਬਾਦੋਂ, ਬਹੁਤ ਜਨਮ। ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਪਇਓ ਦਰਸ਼ਨ ਦੇਖੇ ਜੀ, ਚਿਰ ਪਇਓ ਦਰਸ਼ਨ ਦੇਖੇ। ਬਹੁਤ ਜਨਮ ਵਿਛੜੇ ਤੇ ਬਾਦੋਂ, 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 ਬਹੁਤ ਜਨਮ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਸੁਖ ਨਾਹੀ ਰੇ ਹਰ ਭਗਤ ਬਿਨਾ। ਜੀਤ ਜਨਮ ਇਹ ਰਤਨ ਅਮੋਲਕ। ਸਾਧ ਸੰਗਤ ਜਪ ਇਕ ਖਿਨਾ।
ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇਕ ਖਿਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸਜੇ ਦਰਬਾਰ ਅੰਦਰ ਨਿਤਾ ਪ੍ਰਤੀ ਅਤੇ ਇਸ ਵੇਲੇ ਵਿਸ਼ੇਸ਼ ਤੌਰ ਤੇ ਵੀਕਲੀ ਜੋ ਦੀਵਾਨ ਸਜਦੇ ਹਨ, ਦਿਨ ਭਰ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਤਨ ਮਨ ਧਨ ਸਹਿਤ ਸੇਵਾ ਅਤੇ ਸਿਮਰਨ ਦਾ ਲਾਹਾ ਲੈ ਰਹੇ ਸਮੂਹ ਯਾਤਰੀ ਤੇ ਸਤ ਸੰਗੀ ਜਨੋ ਵਡਭਾਗੀ ਹੋ। ਸਾਹਿਬ ਦੀ ਕਿਰਪਾ ਨਾਲ ਇਹ ਸੁਭਾਗ ਸਮਾਂ ਸੰਯੋਗ ਭਲਾ ਉਦਮ ਸਾਨੂੰ ਬਣ ਆਇਆ ਹੈ। ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਕਰੀਏ ਤੇ ਅਰਜ਼ੋਈ ਕਰਦੇ ਹੋਏ ਆਪਣੇ ਲਾਸਾਨੀ ਇਤਿਹਾਸ ਤੇ ਅਨਮੋਲ ਵਿਰਸੇ ਰੂਪੀ ਖਜ਼ਾਨੇ ਨੂੰ ਖੋਲੀਏ ਤੇ ਇਹਦੇ ਵਿੱਚੋਂ ਜੋ ਸ਼ੁਭ ਗੁਣ, ਰੱਬੀ ਗੁਣ, ਸਿਫਤ ਸਲਾਹਾ ਰੂਪੀ ਹੀਰੇ ਰਤਨ ਜਵਾਹਰਾਤ ਗੁਣ ਰੂਪੀ ਮਾਣਕ ਚੁਣੀਏ। ਸਾਹਿਬ ਦੀ ਅਗਵਾਈ ਦੇ ਵਿੱਚ ਜੇ ਸਾਨੂੰ ਸਤਿਗੁਰਾਂ ਨੇ ਇਸ ਦੁਰਲੱਭ ਮਾਨਸ ਜਨਮ ਦੀ ਦੱਸ ਪਾਈ ਹੈ ਤਾਂ ਇਸ ਦਾ ਮੰਤਵ ਵੀ ਨਾਲ ਹੀ ਦੱਸ ਦਿੱਤਾ ਗਿਆ ਹੈ ਵੀ ਤੇਰਾ ਜਿਹੜਾ ਇਹ ਮਨੁੱਖਾ ਜਨਮ ਹੈ ਇਹ ਦੁਰਲੱਭ ਹੈ। ਜੇ ਇਹ ਦੁਰਲੱਭ ਹੈ ਤਾਂ ਇਹਨੂੰ ਚੁਲੰਬ ਕਰਨਾ ਇਹ ਤੇਰੇ ਜੀਵਨ ਦਾ ਮਨੋਰਥ ਹੈ, ਚਾਹੀਦਾ ਹੈ, ਇਹ ਹੀ ਹੈ। ਨਹੀਂ ਤਾਂ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਕੋਈ ਫਰਕ ਨਹੀਂ ਫਿਰ ਕਹਿੰਦੇ ਪਸ਼ੂ ਔਰ ਤੇਰੇ ਮਨੁੱਖ, ਇਨਸਾਨ, ਆਦਮੀ, ਬੰਦਾ, ਮੈਨ, ਜਿੰਨੇ ਵੀ ਤੂੰ ਨਾਂ ਰੱਖੇ ਨੇ ਆਪਣੇ, ਇਹ ਬੇਸ਼ੱਕ ਤੇਰੀ ਮਹੱਤਤਾ ਨੂੰ ਦਰਸਾਉਂਦੇ ਨੇ, ਤੇਰੇ ਇਸ ਸੰਗਮ ਦੀ ਮਹਾਨਤਾ ਨੂੰ। ਪਰ ਕਹਿੰਦੇ ਜੇਕਰ ਇੱਕ ਕਾਰਜ ਤੂੰ ਨਾ ਕੀਤਾ ਜਾਂ ਉਸ ਕਾਰਜ ਦੇ ਰਸਤੇ ਨਾ ਤੁਰਿਆ, ਉਦਮ ਨਾ ਕੀਤਾ, ਤਾਂ ਫਿਰ ਪਸ਼ੂ ਪਾਸ ਹੈ, ਨੰਬਰ ਲੈ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੀ ਨਜ਼ਰ ਦੇ ਵਿੱਚ ਉਹ ਚੰਗਾ ਹੈ ਤੇਰੇ ਨਾਲੋਂ। ਤੇ ਵਜ੍ਹਾ ਵੀ ਦੱਸ ਦਿੱਤੀ ਹੈ, ਪਸ਼ੂ ਮਿਲੈ ਚੰਗਿਆਈਆਂ, ਕਾਰਨ ਖੜ ਖਾਵੈ ਅੰਮ੍ਰਿਤ ਦੇਹ। ਉਹ ਤੇ ਖੜ ਭਾਵ ਕਿ ਘਾਹ ਫੂਸ, ਸਰਕੰਡਾ, ਸਰਕੜਾ, ਜੋ ਵੀ ਆਪਾਂ ਆਪਣੀ ਬੋਲੀ 'ਚ ਸਮਝਦੇ ਹਾਂ, ਬੋਲਦੇ ਹਾਂ, ਭਈ ਘਾਹ ਫੂਸ ਖਾ ਕੇ ਦਿੰਦੇ ਕੀ ਨੇ? ਅੰਮ੍ਰਿਤ, ਦੁੱਧ। ਜੀ ਤੋਂ ਆਪਾਂ ਕਿੰਨੇ ਅੱਗੇ ਪਦਾਰਥ ਸਾਜਦੇ ਹਾਂ ਅੰਮ੍ਰਿਤ ਨੂੰ। ਜਦੋਂ ਵੀ ਆਪਣਾ ਜਿਹੜਾ ਵਿਰਸਾ ਹੈ ਉਹਦੇ ਵਿੱਚੋਂ ਸਿਆਣੀਆਂ ਰੂਹਾਂ, ਚਾਹੇ ਉਹ ਬਜ਼ੁਰਗ ਮਾਈਆਂ ਹੋਣ, ਬਾਬੇ ਹੋਣ, ਤਦੋਂ ਅਸੀਸ ਦਿੰਦਿਆਂ ਇਹੀ ਗੱਲ ਆਖਦੇ ਰਹੇ ਕਿ ਮਹਾਰਾਜ ਸੱਚਾ ਪਾਤਸ਼ਾਹ, ਵਾਹਿਗੁਰੂ ਰਾਮ ਪਰਮੇਸ਼ਰ ਅਕਾਲ ਪੁਰਖ ਭਾਈ ਤੈਨੂੰ ਬੇਟਾ ਵਧਾਵੇ ਤੇ ਦੁੱਧ ਪੁੱਤ ਦੀ ਕਮੀ ਨਾ ਆਵੇ। ਦੇਖੋ, ਪਹਿਲਾਂ ਕਿਹਾ ਦੁੱਧ ਤੇ ਫੇਰ ਪੁੱਤ ਕਿਹਾ। ਹੁਣ ਇਹ ਮਿਲਣਾ ਕਿੱਥੋਂ ਹੈ? ਮਿਲਣਾ ਮੱਝ ਲਵੇਰੀ ਕੋਲੋਂ ਹੈ,
ਗਊ ਲਵੇਰੀ ਕੋਲੋਂ ਇਹ ਪ੍ਰਾਪਤ ਹੋਣਾ। ਉਹ ਕਿੱਥੋਂ ਲਿਆ ਕੇ ਦਿੰਦੀ ਹੈ ਸਾਨੂੰ? ਉਹ ਘਾਹ ਫੂਸ ਚੁਗਦੀ ਹੈ। ਮਣਾ ਮੂੰਹੀ 50 ਕਿਲੋ ਪੱਠੇ ਜਿਹੜੇ ਨੇ ਇੱਕ ਦੁਧਾਰੂ ਪਸ਼ੂ ਦੇ ਅੱਗੇ ਰੱਖਣ ਦੀ ਹਦਾਇਤ ਹੈ ਯੂਨੀਵਰਸਿਟੀ ਵੱਲੋਂ, ਖਾਵੇ ਨਾ ਖਾਵੇ। ਹੁਣ 50 ਕਿਲੋ ਪੱਠੇ ਖਾ ਕੇ ਤਾਂ ਉਹਨੇ 5-6 ਕਿਲੋ ਦੁੱਧ ਦੇਣਾ ਹੈ, ਔਰ ਉਸ ਦੁੱਧ ਦੇ ਨਾਲ ਕਿੰਨੇ ਕਾਰਜ ਸਵਾਰਦੇ ਹਾਂ ਅਸੀਂ। ਤਾਂ ਉਹਨੂੰ ਅੰਮ੍ਰਿਤ ਕਿਹਾ, ਅਤੇ ਉਹਦੇ ਗਿਣਤੀ ਹੀ ਨਹੀਂ ਹੋਣ 'ਤੇ ਇੰਨਾ ਪ੍ਰੋਸੈਸਿੰਗ ਸਿਸਟਮ ਆ ਗਿਆ। ਸਮਝਣ ਦੇ ਲਈ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦੀ ਰੌਸ਼ਨੀ ਸਾਡੇ ਮਨ, ਚਿੱਤ, ਹਿਰਦੇ, ਅੰਤঃਕਰਨ ਰੂਪੀ ਕੋਠੜੇ ਦੇ ਵਿੱਚ ਪੈ ਜਾਵੇ, ਜਿੱਥੇ ਪਿਆ ਹੈ ਨਾਮ ਦਾ ਖਜ਼ਾਨਾ, ਨਾਮ ਅੰਮ੍ਰਿਤ ਪਿਆ ਹੈ ਜਿੱਥੇ। ਇਸ ਵਾਸਤੇ ਇਹ ਉਦਾਹਰਣ ਗੁਰਬਾਣੀ, ਗੁਰੂ ਸਾਹਿਬਾਨ ਨੇ, ਭਗਤਾਂ ਨੇ, ਪ੍ਰਭੂ ਦੇ ਪਿਆਰਿਆਂ ਨੇ ਸਾਨੂੰ ਬਾਰ-ਬਾਰ ਇਹ ਉਦਾਹਰਣਾਂ, ਐਗਜ਼ਾਮਪਲਾਂ ਦੇ ਦੇ ਕੇ ਸਮਝਾਇਆ ਹੈ। ਸੋ ਸਮੇਂ ਦੀ ਕਦਰ ਹਮੇਸ਼ਾ ਹੀ ਕਰਨੀ ਚਾਹੀਦੀ ਹੈ। ਅਤੇ ਅੱਜ ਵਿਸ਼ੇਸ਼ ਤੌਰ 'ਤੇ ਸਾਨੂੰ ਹਦਾਇਤ ਹੈ ਕਿ ਹੋਰ ਗੁਰੂ ਪਿਆਰੇ ਜਿਹੜੇ ਆਪ ਸੰਗਤਾਂ ਨਾਲ ਸਾਂਝ ਪਾਉਣ ਲਈ ਆਏ ਹੋਣਗੇ, ਉਹਨਾਂ ਤੋਂ ਵੀ ਲਾਹਾ ਲੈਣਾ ਹੈ। ਅਤੇ 10 ਨੂੰ 2 ਹਫ਼ਤੇ ਹੋ ਗਏ, 3 ਅਤੇ 1 ਹਫ਼ਤਾ ਬਾਕੀ ਹੈ ਆਪ ਸੰਗਤਾਂ ਨਾਲ ਵਿਚਾਰਨ ਦਾ। ਜਿਤਨਾ ਕੁ ਮੰਥਨ ਕੀਤਾ ਗਿਆ ਕਰ ਰਿਹਾ ਹਾਂ। ਇਸ ਪਾਵਨ ਸਥਾਨ ਦੇ ਬਾਰੇ 'ਚ ਵੀ ਸਥਾਨ ਕੀ, ਸਥਾਨ ਤੁਹਾਡੇ ਨਾਲ ਹੈ। ਸਾਧ ਸੰਗਤ ਤੋਂ ਬਿਨਾਂ, ਠੀਕ ਹੈ, ਗੁਰੂ ਵੀ ਵਿਸਵੇ 'ਚ ਕੋਈ ਸ਼ੱਕ ਨਹੀਂ, ਪਰ ਜਦੋਂ ਸੰਗਤ ਜੁੜ ਜਾਂਦੀ ਹੈ ਤਾਂ ਇੱਕ ਹੀ ਹੋ ਜਾਂਦਾ ਹੈ। 20 ਵਿਸਵੇ ਗੁਰੂ ਅਤੇ 21 ਵਿਸਵੇ ਸੰਗਤ। ਇਤਨੀ ਵਡਿਆਈ, ਕਿਉਂਕਿ ਗੁਰੂ ਤੇ ਸੰਗਤ ਲਈ ਹੈ। ਸੰਗਤ ਅਸੀਂ ਆਪਾਂ ਆਪਣੇ ਲਈ ਹੋ ਸਕਦੇ ਹਾਂ, ਗੁਰੂ ਲਈ ਨਹੀਂ। ਗੁਰੂ ਸਾਡੇ ਲਈ ਹੈ। ਸੋ ਭਾਈ ਸਤਿਗੁਰੂ ਖੁਦ ਹੀ ਇੱਕ ਤਾਂ ਨਿਧਾਨ ਹੈ, ਖਜ਼ਾਨਾ ਹੈ, ਔਰ ਫਿਰ ਕਈ ਖਜ਼ਾਨਿਆਂ ਦਾ ਖਜ਼ਾਨਾ, ਅਣਗਿਣਤ ਖਜ਼ਾਨਿਆਂ ਦਾ ਖਜ਼ਾਨਾ। ਜਿਵੇਂ ਕਿ ਦਾਸ ਦੇ ਕਹਿਣ ਤੋਂ ਮੁਰਾਦ ਹੈ ਕਿ ਅੱਜ ਵੀ ਆਪਾਂ ਉਹਨਾਂ ਭਾਵਨਾ ਨੂੰ ਲੈ ਕੇ ਜੁੜੇ ਹਾਂ ਜਿਹੜੀਆਂ ਪਿਛਲੇ ਲੰਘੇ ਇਸ ਹਫ਼ਤੇ ਦੇ ਦਿਨਾਂ ਦੇ ਵਿੱਚ ਆਪਾਂ ਬੁੱਧਵਾਰ ਨੂੰ ਜਾਂ ਉਸ ਤੋਂ ਪਹਿਲੇ ਦਿਨਾਂ 'ਚ ਸਾਂਝੀਆਂ ਕੀਤੀਆਂ ਕਿ ਭਗਤ ਰਵਿਦਾਸ ਜੀ ਅਤੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਇਹਨਾਂ 2 ਮਹਾਨ ਹਸਤੀਆਂ ਦਾ ਆਗਮਨ ਪੁਰਬ ਆਪਾਂ ਨੇ ਮਨਾਇਆ, ਅੱਜ ਵੀ ਮਨਾ ਰਹੇ ਹਾਂ। ਸਦਾ ਹੀ ਮਨਾਉਣਾ ਚਾਹੀਦਾ ਹੈ, ਪਰ ਇਸ ਮਨਾਉਣ ਦੇ ਵਿੱਚ ਜਿਹੜਾ ਰਾਜ਼ ਹੈ ਉਹ ਹੈ ਅਗਵਾਈ ਲੈਣੀ, ਕਿ ਸਾਡੇ ਰਾਹ ਦਸੇਰੇ ਹਨ। ਜਿਸ ਵੀ ਮਹਾਂਪੁਰਖ ਦੀ, ਕਿਸੇ ਗੁਰੂ ਦੀ, ਪੀਰ ਦੀ, ਗੁਰੂ ਜਨ ਦੀ, ਭਗਤ ਦੀ, ਚਾਹੇ ਉਹਦੀ ਬਾਣੀ ਹੈ ਜਾਂ ਉਹਨਾਂ ਦਾ ਇਤਿਹਾਸ ਹੈ, ਅਤੇ ਉਹਨੂੰ ਉਹਨਾਂ ਦੇ ਜਨਮ ਦਿਹਾੜੇ ਜਾਂ ਉਹਨਾਂ ਦੇ ਸੰਬੰਧ 'ਚ ਦਿਹਾੜੇ ਮਨਾਉਣ ਦਾ ਮੰਤਵ ਹੀ ਇਹੀ ਹੈ ਕਿ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਵਿੱਚ ਅਸੀਂ ਕਿੱਥੇ ਕੁ ਪਹੁੰਚੇ ਹਾਂ, ਜਿਨ੍ਹਾਂ ਨੂੰ ਇਤਨੀ ਮਾਨਤਾ, ਵਡਿਆਈ ਪਹਿਲਾਂ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਮਿਲੀ, ਔਰ ਫਿਰ ਸੰਸਾਰ ਦੇ ਵਿੱਚ ਪ੍ਰਵਾਨ ਹੋਏ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ, ਉਹਨਾਂ ਦੇ ਵੱਲੋਂ ਜਿਨ੍ਹਾਂ 'ਤੇ ਕੋਈ ਉਂਗਲੀ ਨਹੀਂ ਉੱਠ ਸਕਦੀ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਬਾਦਸ਼ਾਹ ਦਰਵੇਸ਼, ਹੱਕ ਹੱਕ ਅੰਦੇਸ, ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਐਸੀਆਂ ਮਹਾਨ ਹਸਤੀਆਂ ਨੇ ਇਹ ਮੋਹਰ ਲਗਾਈ, ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਔਰ ਸਮੇਂ ਸਮੇਂ ਦੀਆਂ ਸਰਕਾਰਾਂ ਵਿਧਾਨ ਨੇ ਜਿਹੜੇ ਕਬੂਲ ਕਰ ਰਹੇ ਨੇ, ਕਿਉਂਕਿ ਹਰ ਸਮੇਂ, ਹਰ ਯੁੱਗ ਦੇ ਵਿੱਚ ਬਹੁਤ ਤੀਕਸ਼ਣ ਬੁੱਧੀ ਵਾਲੇ ਮਨੁੱਖ ਹੁੰਦੇ ਆਏ, ਅੱਜ ਵੀ ਹਨ ਅਤੇ ਆਉਂਦੇ ਰਹਿਣਗੇ। ਜਦੋਂ ਉਹਨਾਂ ਦਾ ਧਿਆਨ ਜਾਂਦਾ ਹੈ ਕਿ ਇੱਕ ਐਸੇ ਗ੍ਰੰਥ ਨੂੰ ਗੁਰੂ ਦਾ ਦਰਜਾ, ਉਹ ਵੀ ਸਾਖਸ਼ੀ ਰੂਪ ਦੇ ਵਿੱਚ ਦਿੱਤਾ ਜਾਵੇ, ਐਸੀ ਕਿਹੜੀ ਗੱਲ ਹੈ? ਫਿਰ ਉਹ ਅਧਿਐਨ ਕਰਦੇ ਨੇ, ਗੁਰਮਤਿ ਦੇ ਸਿਧਾਂਤਾਂ ਦਾ ਅਧਿਐਨ ਕਰਦੇ ਨੇ। ਜਦੋਂ ਅਧਿਐਨ ਕਰਦੇ ਨੇ ਫਿਰ ਉਹ ਦੇਖਦੇ ਨੇ ਵੀ ਇੱਥੇ ਤਾਂ ਕੋਈ ਕਮੀ ਹੈ ਹੀ ਨਹੀਂ ਕਿਸੇ ਵੀ ਪ੍ਰਕਾਰ ਦੀ। ਅੱਜ ਹੀ ਅੰਮ੍ਰਿਤ ਵੇਲੇ ਆਪਾਂ ਵਿਚਾਰ ਸਾਂਝੇ ਕਰਦੇ, ਰਾਤ ਦੀ ਉਹ ਮਨ ਦੇ
ਮਨ 'ਚ ਆਈ ਪਹਿਲਾਂ, ਫਿਰ ਮਨ ਉਹਦੇ ਦੁਆਲੇ ਘੁੰਮੀ ਜਾ ਰਿਹਾ। ਬੜੀ ਇੰਟਰਸਟਡ ਵਿਚਾਰ ਹੈ ਕਿ ਗੁਰੂ ਕੇ ਕੀਰਤਨ ਸਹਿਜ ਸੁਭਾਏ, ਕਿਉਂਕਿ ਜਦ ਅਸੀਂ ਸਟੇਜ ਤੱਕ ਆਉਂਦੇ ਹਾਂ ਉਦੋਂ ਪਤਾ ਨਹੀਂ ਕਿੰਨਾ ਕੁਝ ਪੜ੍ਹਦੇ ਹੁੰਦੇ ਹਾਂ, ਇੱਥੇ ਆ ਕੇ ਸਾਰਾ ਕੁਝ ਬਦਲ ਜਾਂਦਾ। ਇਹ ਜਿਹੜਾ ਕੁਦਰਤ ਦਾ ਵਤੀਰਾ, ਸਤਿਗੁਰ ਦੀ ਕਰਾਮਾਤ ਵੀ, ਜੇ ਮਹਾਰਾਜ ਨੇ ਕਿਹਾ ਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਬਿਲਕੁਲ ਸੱਚ ਹੈ। ਪਤਾ ਨਹੀਂ ਕਿਹੜੇ ਸਤਸੰਗੀ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਕੀਰਤਨੀਏ ਦੇ, ਉਹ ਪ੍ਰਚਾਰਕ ਦੇ ਸਿੱਧੀ ਬ੍ਰੇਨ 'ਤੇ ਆ ਕੇ ਵੱਜਦੀ ਹੈ ਕਿ ਸਾਰਾ ਕੁਝ ਕਨਵਰਟ ਹੋ ਜਾਂਦਾ ਹੈ। ਜਿਹੜਾ ਉਹਦਾ ਫੋਕਸ ਹੈ ਉਹ ਉੱਥੇ ਪਹੁੰਚ ਜਾਂਦਾ ਵੀ ਗੱਲ ਕਿਹੜੀ ਗੱਲ ਕਰਾਂ ਮੈਂ, ਲੇਖੇ 'ਚ ਪੈ ਜਾਵੇ। ਕਿਉਂਕਿ ਮੇਰੇ ਬਾਬਾ ਨਾਨਕ ਜੀ ਵੀ ਕਹਿੰਦੇ ਨੇ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਚਾਖ। ਸੋ ਉਹ ਵਿਚਾਰ ਚੱਲਦੀ ਸੀ ਵੀ ਆਧੁਨਿਕ ਜਿਹੜੇ ਸਾਇੰਟਿਸਟ ਨੇ ਜਾਂ ਮੈਡੀਕਲ ਦੇ ਖੋਜੀ ਹਨ ਜਾਂ ਹੋਰ ਵੀ ਦਾਨਸ਼ਮੰਦ ਲੋਕ ਨੇ, ਉਹ ਕਿਉਂ ਅਚਰਜ ਵਿੱਚ ਚਲੇ ਜਾਂਦੇ ਨੇ, ਹੈਰਾਨ ਹੋ ਜਾਂਦੇ ਨੇ, ਅਤੇ ਸਾਨੂੰ ਮਿਹਣੇ ਤਾਨੇ ਮਾਰਨ ਲੱਗ ਜਾਂਦੇ ਨੇ ਸਿੱਖਾਂ ਨੂੰ ਵੀ ਤੁਹਾਡਾ ਧਰਮ ਤੇ ਨੰਬਰ 1 ਹੈ। ਪਰ ਤੁਸੀਂ ਇਸ ਵਿਚਾਰ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਾ ਸੀ, ਲੇਕਿਨ ਆਪ ਹੀ ਇਹ ਤੋਂ ਖਾਲੀ ਬੈਠੇ ਹੋ। ਉਹ ਦਾਨਸ਼ਮੰਦ ਜਦੋਂ ਸਾਡੇ ਵੱਲ ਦੇਖਦੇ ਨੇ, ਸਾਡੀ ਵਿਚਾਰ ਸੁਣਦੇ ਨੇ, ਜਦੋਂ ਆਪਾਂ ਮਾਣ ਨਾਲ ਹਿੱਕ ਤਾਣ ਕੇ ਕਹਿੰਦੇ ਹਾਂ, ਲੰਗਰ ਕਰਕੇ ਜਾਂ ਕਿਸੇ ਵੀ ਤਰ੍ਹਾਂ ਸਾਡੇ ਵਿਵਹਾਰ ਕਰਕੇ, ਅਗਲਾ ਹੈਰਾਨ ਹੁੰਦਾ, ਪੁੱਛਦਾ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ? ਆਪਾਂ ਬੜੇ ਮਾਣ ਨਾਲ ਕਹਿੰਦੇ ਹਾਂਜੀ। ਤੇ ਅਗਲਾ ਕਹਿੰਦਾ ਠੀਕ ਹੈ, ਮੈਂ ਵੀ ਉਹਨਾਂ ਤੋਂ ਪ੍ਰਭਾਵਿਤ ਹਾਂ, ਪਰ ਗੁਰੂ ਦੇ ਪਿਆਰਿਓ, ਜੋ ਉਹਨਾਂ ਦੀ ਵਿਚਾਰਧਾਰਾ ਲੇਟੈਸਟ ਔਰ ਇਸ ਮਨੁੱਖ ਦੇ ਲਈ ਇੱਕ ਐਸੀ ਨੈਵੀਗੇਸ਼ਨ ਹੈ ਵੀ ਉਹਨੂੰ ਤੁਸੀਂ ਪਹੁੰਚਾਉਣਾ ਸੀ ਦੁਨੀਆ ਭਰ ਦੇ ਵਿੱਚ, ਪਰ ਤੁਸੀਂ ਆਪ ਹੀ ਖਾਲੀ ਬੈਠੇ ਹੋ ਵੀ ਮੈਨੂੰ ਅਫਸੋਸ ਹੈ। ਉਦੋਂ ਫਿਰ ਆਪਾਂ ਨਿੰਮੇ ਝੂਣੇ ਜਿਹੇ ਹੋ ਜਾਂਦੇ ਵੀ ਅੱਛਾ ਐਸੀ ਕਿਹੜੀ ਗੱਲ ਹੈ। ਉਹ ਜਦੋਂ ਖੋਜ ਕੇ ਦੱਸਦਾ ਅਗਲਾ, ਫਿਰ ਆਪਾਂ ਹੈਰਾਨ ਹੁੰਦੇ। ਮੈਂ ਫਿਰ ਸਾਂਝੀ ਕਰਾਂ, ਉਹਨਾਂ ਤੋਂ ਸਹਿਜ ਸੁਭਾਅ ਨਿਕਲਿਆ ਵੀ ਨਾਮ ਜਪਿਆ ਕਰੋ, ਮਨ ਨੂੰ ਟਿਕਾਇਆ ਕਰੋ। ਉਹਨਾਂ ਨੇ ਪੰਕਤੀ ਬੋਲੀ, ਇੱਕ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਬਸ ਇੰਨੀ ਤੁਕ ਬੋਲੀ ਸੀ। ਅਗਲੀ ਤੁਕ ਸਬੱਬ ਹੁੰਦਾ ਹੈ ਤਾਂ ਮੌਕੇ ਦਾ ਵੀ ਧਿਆਨ ਕਿੱਥੇ ਗਿਆ, ਗੁਰਮੁਖ ਅਕਥ ਕਹਾਣੀ। ਜਦੋਂ ਪੂਰੀ ਪੰਕਤ ਮੇਰੇ ਦਿਮਾਗ 'ਚ ਬੋਲੀ ਗਈ ਤਾਂ ਫਿਰ ਇਹਨੂੰ ਦੇਖਿਆ ਵੀ ਇਹਨੂੰ ਕੰਪਲੀਟ ਕੀਤਾ ਜਾਵੇ, ਕਿਉਂਕਿ ਇਹ ਤੋਂ ਪਹਿਲਾਂ ਇੱਕ ਹੋਰ ਕੰਸੈਪਟ ਪਿਆ ਬਾਬਾ ਨਾਨਕ ਜੀ ਦਾ, ਉਹ ਹੈ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਮਤਲਬ ਕਿ ਪੁਰਖ, ਨਰ ਦੇ ਬਿੰਦ ਤੋਂ ਲੜਕੀ ਪੈਦਾ ਹੁੰਦੀ ਹੈ ਤੇ ਔਰਤ ਦੀ ਰਕਤ ਤੋਂ ਲੜਕਾ ਪੈਦਾ ਹੁੰਦਾ ਹੈ, ਕੁਦਰਤ ਦਾ ਵਤੀਰਾ। ਤੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਪਰਮ ਆਤਮਾ ਦੇ ਨਾਲ ਜੋੜਨ ਦੇ ਲਈ ਇਹ ਐਕਸਰੇ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ ਵੀ ਤੂੰ ਜਿਹੜਾ ਲੱਭਦਾ ਫਿਰਦਾ ਨਾ ਪਹਾੜਾਂ ਦੇ ਜੰਗਲਾਂ ਦੇ ਵਿੱਚ, ਕੰਦਰਾਂ ਦੇ ਵਿੱਚ, ਭੂਰਿਆਂ 'ਚ ਬਹਿ ਬਹਿ ਕੇ ਪਤਾ ਨਹੀਂ ਤੂੰ ਕਿੱਥੇ ਕਿੱਥੇ ਸਿਰ ਮੱਥੇ ਮਾਰਦਾ ਫਿਰਦਾ, ਸਵੇਰ ਤੋਂ ਸਾਂਝ ਪੈ ਜਾਂਦੀ ਹੈ, ਕਿਉਂਕਿ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਦੁਨੀਆ ਦੀ ਨਜ਼ਰ ਦੇ ਵਿੱਚ ਗੁਰੂ ਦੀ ਬਾਣੀ ਨੂੰ। ਭਈ ਬਾਬੇ ਦੀ ਉਹ ਗੱਲ ਨਹੀਂ ਸਮਝ ਰਿਹਾ। ਬਾਬਾ ਜੀ ਕਹਿੰਦੇ ਨੇ ਸਾਨੂੰ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਚਾਖ। ਉਹ ਕਿਹੜੀ ਗੱਲ ਹੈ ਲੇਖੇ 'ਚ ਪੈਣ ਵਾਲੀ? ਉਹ ਹੈ ਕੋਈ ਕਰ ਗੱਲ ਸੁਣਾਵੈ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਹਰੀ ਦੇ ਨਾਮ ਦੀ ਗੱਲ ਲੇਖੇ 'ਚ ਪੈਣ ਵਾਲੀ ਹੈ। ਪਵੇਗੀ ਕਿਸ ਤਰ੍ਹਾਂ? ਜਦੋਂ ਇਸ ਤਰ੍ਹਾਂ ਆਪਾਂ ਜੁੜ ਬਈਏ ਆਪਣੇ ਵਡੇਰਿਆਂ ਦੇ, ਉਹਨਾਂ ਦੀਆਂ ਯਾਦਾਂ, ਚਾਹੇ ਉਹਨਾਂ ਦਾ ਆਗਮਨ ਦਿਹਾੜਾ ਹੈ, ਚਾਹੇ ਜੋਤੀ ਜੋਤ ਦਿਵਸ ਹੋਵੇ, ਚਾਹੇ ਗੁਰਤਾ ਗੱਦੀ ਹੋਵੇ, ਉਹ ਇਹ ਕਿਸੇ ਖਾਸ ਸ਼ਖਸੀਅਤ ਦੇ ਹੀ ਮਨਾਏ ਜਾਂਦੇ ਨੇ, ਚੇਤੇ ਰੱਖੇ ਜਾਂਦੇ ਹਨ, ਕਿਉਂਕਿ ਉਹਨਾਂ ਦੀ ਕੁਝ ਸਾਨੂੰ ਦੇਣ ਹੁੰਦੀ ਆ। ਸੋ ਇਹ ਦੋ ਹਸਤੀਆਂ, ਭਗਤ ਰਵਿਦਾਸ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ, ਸਾਡੇ 7ਵੇਂ ਪਾਤਸ਼ਾਹ, ਗੁਰੂ ਨਾਨਕ ਦੀ ਗੱਦੀ ਦੇ 7ਵੇਂ ਪਹਿਰੇਦਾਰ। ਇਹ ਦੋ ਹਸਤੀਆਂ ਨੂੰ ਅੱਜ ਫੇਰ ਆਪਾਂ ਚੇਤੇ ਕਰਨ ਦਾ ਉਪਰਾਲਾ ਕਰ ਰਹੇ ਹਾਂ। ਤੇ ਦੋਨਾਂ ਵਿੱਚੋਂ ਆਓ ਇੱਕ ਇੱਕ ਹੀਰਾ ਚੁਣ ਲਈਏ, ਬਸ ਕਾਫੀ ਹੈ।
ਰਤਨ ਇੱਕ ਹੀ ਕਾਫੀ ਹੁੰਦਾ ਹੈ। ਸਾਡੇ ਕੋਲ ਇੱਕ ਰਤਨ ਹੈ ਪਹਿਲਾਂ, ਆ ਮਨੁੱਖਾ ਜਨਮ ਰਤਨ ਹੈ, ਹੀਰਾ ਹੈ। ਤੇ ਇਸ ਹੀਰੇ ਰੂਪੀ ਰਤਨ ਦੇ ਨੂੰ ਖਰਚ ਕੇ ਕਿਵੇਂ ਆਪਾਂ ਰੋਜ਼ ਖਰਚੇ ਰਹੇ ਹਾਂ। ਜਦੋਂ ਜਨਮ ਲੈ ਲਿਆ, ਜਨਮ ਤੋਂ ਬਾਅਦ ਸ਼ੁਰੂ ਹੋ ਗਿਆ ਸਾਹ ਲੈਣਾ, ਪਹਿਲਾਂ ਤਾਂ ਮਾਂ ਦੇ ਜ਼ਰੀਏ ਆ ਰਿਹਾ ਸੀ ਨਾ ਸਾਸ ਗਿਰਾਸ, ਤੇ ਜਦੋਂ ਜਨਮ ਲੈ ਲਿਆ ਨਾੜ ਕੱਟ ਦਿੱਤੀ ਗਈ, ਇਹ ਆਪਣੇ ਆਪ ਚੱਲ ਪਿਆ, ਹਾਰਟ ਆਪਣੇ ਆਪ ਚੱਲੀ ਜਾਂਦਾ, ਫਿਰ ਸਾਹ ਫੇਫੜੇ ਉਹ ਵੀ ਚੱਲ ਪਏ, ਬ੍ਰੇਨ ਆਪਣਾ ਕੰਮ ਕਰਨ ਲੱਗ ਪਿਆ, ਤੇ ਜਿਹੜੇ 9 ਦਰਵਾਜ਼ੇ ਨੇ, 2 ਅੱਖਾਂ, 2 ਨਾਸਾਂ, ਮੁੱਖ, 2 ਕੰਨ, ਲਿੰਗ ਗੁਦਾ ਆਦਿਕ 9 ਦਰਵਾਜ਼ੇ, ਇਹ ਵੀ ਚੱਲ ਪਏ, ਆਪਣਾ ਆਪਣਾ ਧਰਮ ਨਿਭਾਉਣ ਲੱਗ ਪਏ। ਇਹ ਸਾਰਾ ਕੁਝ ਜਿਸ ਨੇ ਸਿਰਜਿਆ, ਜਿਸ ਦੀ ਤਾਕਤ ਦੇ ਨਾਲ ਚੱਲਿਆ, ਉਸ ਕਰਤਾ ਪੁਰਖ ਦੇ ਪ੍ਰਤੀ ਸਾਡਾ ਨਜ਼ਰੀਆ, ਉਸ ਸਾਡਾ ਵਿਛੋੜਾ ਜਿਉਂ ਲੱਗਾ ਪੈਣ ਉਸੇ ਵੇਲੇ ਤੋਂ ਬਸ ਫਿਰ ਦੂਰੀਆਂ ਪੈਂਦੀਆਂ ਗਈਆਂ, ਦੂਰੀ ਪੈਂਦੀ ਗਈ। ਇੱਕ ਅੰਦਰ ਤੋਂ ਕਦੀ ਕਦੀ ਉਹ ਉੱਠਦੀ, ਸੱਚੇ ਪਾਤਸ਼ਾਹ ਆ ਕਿਤੇ ਮੈਨੂੰ ਵੀ ਦਾਤ ਮਿਲ ਜਾਵੇ, ਕਿਹੜੀ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਹੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਤੁਸੀਂ ਕਿਵੇਂ ਕਹਿ ਦਿੱਤੀ ਗੱਲ ਵੀ ਮੈਥੋਂ ਤਾਂ ਕਹੀ ਨਹੀਂ ਜਾਂਦੀ, ਮੈਂ ਤਾਂ ਬੜੀਆਂ ਮੁਸ਼ਕਲਾਂ ਝੇਲ ਕੇ ਝੱਲ ਕੇ ਇੱਥੇ ਤੱਕ ਪਹੁੰਚਿਆ, ਤੇ ਅੱਗੇ ਵੀ ਬੜੇ ਖਤਰੇ ਨੇ, ਬੜੇ ਸਹਿਮ ਹਨ, ਬੜੇ ਸੰਸੇ ਨੇ, ਤੇ ਵੀ ਮੈਂ ਤਾਂ ਇਸ ਅਵਸਥਾ ਨੂੰ ਸਮਝ ਨਹੀਂ ਸਕਿਆ। ਤੁਸੀਂ ਕਹਿ ਰਹੇ ਹੋ ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਇਹ ਕਿਸ ਤਰ੍ਹਾਂ ਕਹਿ ਰਹੇ ਹੋ? ਫਿਰ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਗਹਿਰਾਈ ਦੇ ਨਾਲ ਵਾਚਦੇ ਹਾਂ, ਤੇ ਜਦੋਂ ਵਾਚਦੇ ਹਾਂ ਫਿਰ ਕੀ ਸਮਝ ਪੈਂਦੀ ਹੈ ਭਈ ਆਹ ਜਿਹੜਾ ਹੀਰਾ ਜਨਮ ਮਿਲਿਆ ਨਾ ਤੈਨੂੰ, ਇਹਦੇ ਪ੍ਰਤੀ ਪਹਿਲਾਂ ਸੁਚੇਤ ਹੋ ਜਾ। ਹੀਰਾ ਮਿਲ ਗਿਆ, ਹੁਣ ਇਸ ਹੀਰੇ ਦਾ ਖਰਚ ਕਿਵੇਂ ਕਰਨਾ ਤੂੰ? ਇਹ ਹੀਰੇ ਦੇ ਬਦਲੇ ਦੇਖੀ ਕਿਤੇ ਕੌਡੀਆਂ ਦੀ ਪੰਡ ਨਾ ਬੰਨ ਲਵੀਂ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਇਹ ਮਨੁੱਖਾ ਜਨਮ ਰੂਪੀ ਹੀਰੇ ਦੇ ਨਾਲ ਨਾਮ ਰੂਪੀ ਹੀਰਾ ਬਿਹਾਜਣਾ ਸੀ, ਪਰ ਇੱਕ ਚੀਜ਼ ਹੋਰ ਚਾਹੀਦੀ ਹੈ। ਹੁਣ 3 ਹੀਰੇ ਬਾਣੀ ਦੇ ਵਿੱਚ ਦਿਖਣਗੇ, ਮਿਲਣਗੇ। ਇਹ ਮਨੁੱਖਾ ਜਨਮ ਹੀਰਾ, ਰੱਬ ਦਾ ਨਾਮ ਹੀਰਾ, ਤੇ ਉਸ ਹੀਰੇ ਨੂੰ ਵਿੰਨਣ ਦੇ ਲਈ ਇੱਕ ਹੀਰਾ ਚਾਹੀਦਾ, ਕਿਉਂਕਿ ਹੀਰੇ ਨੂੰ ਸਿਰਫ ਹੀਰਾ ਹੀ ਵੇਧ ਸਕਦਾ। ਉਹ ਹੀਰਾ ਹੈ ਗੁਰੂ ਦਾ ਸ਼ਬਦ। ਦੇਖੋ ਤਿੰਨਾਂ ਬਾਰੇ ਆਖਿਆ ਬਾਣੀ ਨੇ, ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਨਾਮ ਦਾ ਹੀਰਾ, ਤੇ ਇੱਧਰ ਮਨੁੱਖਾ ਜਨਮ ਹੀਰਾ, ਕੌਡੀ ਬਦਲੇ ਜਾਏ ਚਲੇ ਜਾਂਦਾ। ਤੀਜਾ ਹੀਰਾ ਕਿਹੜਾ ਹੈ? ਉਹ ਹੈ ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੁਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ 부ਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਹੁਣ 3 ਹੀਰੇ ਇੱਥੇ ਮੌਜੂਦ ਨੇ। ਮਨੁੱਖਾ ਜਨਮ ਵੀ ਬੈਠਾ, ਤੇ ਗੁਰੂ ਦਾ ਸ਼ਬਦ ਵੀ ਪ੍ਰਕਾਸ਼ ਹੈ, ਤੇ ਹਰੀ ਦਾ ਨਾਮ ਵੀ ਮੌਜੂਦ ਹੈ। ਹੁਣ ਇਹਨੂੰ ਵਿੰਨਣ ਦੇ ਲਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਅੱਜ 2 ਹਸਤੀਆਂ, ਭਗਤ ਰਵਿਦਾਸ ਜੀ, ਧੰਨ ਗੁਰੂ ਹਰ ਰਾਏ ਸਾਹਿਬ ਜੀ, ਜਿਹਦੀ ਮਰਜ਼ੀ ਪਹਿਲਾਂ ਗੱਲ ਕਰ ਲਓ। ਬਚਨ ਹੋ ਰਿਹਾ ਸੀ, ਬਹੁਤ ਜਨਮ ਵਿਛਰੇ ਥੇ ਮਾਧੋ ਜਨਮ ਤੁਮਾਰੇ ਲਿਖੇ। ਭਗਤ ਰਵਿਦਾਸ ਜੀ ਦਾ ਜੀਵਨ ਇਤਿਹਾਸ ਬਾਰੇ ਝਲਕ ਜਰੀ ਥੋੜੀ ਜਿਹੀ ਝਲਕ ਲੈ ਲਈਏ ਵੀ ਬਨਾਰਸ ਪੰਡਤਾਂ ਦੀ ਨਗਰੀ, ਜੋ ਉਦੋਂ ਵੀ ਸੀ ਅੱਜ ਵੀ ਹੈ, ਉਦੋਂ ਵੀ ਯੂਨੀਵਰਸਿਟੀ ਸੀ ਉਹ ਆਪਣੇ ਮੁਤਾਬਕ ਦੀ, ਅੱਜ ਵੀ ਹੈ। ਉਦੋਂ ਵੀ ਦਿੱਲੀ ਦੀ ਹਕੂਮਤ ਦੀ ਨਿਗਾਹ ਉੱਥੇ ਰਹਿੰਦੀ ਸੀ, ਅੱਜ ਵੀ ਹੈ। ਉਦੋਂ ਵੀ ਉੱਥੇ ਪ੍ਰੋਹਤ ਸਨ, ਪੰਡਤ ਸਨ, ਅੱਜ ਵੀ ਮੌਜੂਦ ਨੇ। ਉਦੋਂ ਵੀ ਵੇਦ ਸ਼ਾਸਤਰ ਆਦਿਕ ਸਨ, ਅੱਜ ਵੀ ਹਨ।
ਤੇ ਉਦੋਂ ਭਗਤ ਰਵਿਦਾਸ ਜੀ ਸਨ। ਅੱਜ ਵੀ ਰਵਿਦਾਸ ਵਰਗੀਆਂ ਕਿਤਨੀਆਂ ਹੀ ਰੂਹਾਂ ਮੌਜੂਦ ਨੇ ਜਿਹੜੀਆਂ ਹੈਰਾਨ ਹੋ ਰਹੀਆਂ ਹਨ ਕਿ ਵਾਹ ਭਗਤ ਰਵਿਦਾਸ ਜੀ, ਤੁਸੀਂ ਉਹਨਾਂ ਵੇਲਿਆਂ ਦੇ ਵਿੱਚ ਇਹ ਗੱਲ ਆਖ ਦਿੱਤੀ। ਤੁਸੀਂ ਉਹਨਾਂ ਸਮਿਆਂ 'ਚ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਇਤਨੀ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕੀਤਾ ਵੀ ਜਿਹੜੇ ਚੰਗੇ ਚੰਗੇ ਪ੍ਰੋਤ ਸੀ, ਪੰਡਤ ਸਨ, ਉਹ ਵੀ ਹੈਰਾਨ ਰਹਿ ਗਏ ਵੀ ਹੈ ਰਵਿਦਾਸ ਇੱਕ ਢੋਰ ਢਵੰਤ ਦੇ ਕਾਰਜ ਕਰਨ ਵਾਲੀ ਕੁਲ ਦੇ ਵਿੱਚ ਜੰਮਣ ਵਾਲਾ ਤੇ ਉਹੀ ਕਿੱਤਾ ਕਰਨ ਵਾਲਾ ਇੰਨੀ ਉੱਚੀ ਆਤਮਿਕ ਅਵਸਥਾ ਨੂੰ ਪਾ ਸਕਦਾ ਹੈ ਵੀ ਜਿਹੜਾ ਇਹ ਕਹਿ ਦੇਵੇ ਬੇਗਮ ਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹੋ ਨਹੀਂ ਤੇ ਠਾਉ ਅਬ ਮੋਹੇ ਖੂਬ ਵਤਨ ਗਹਿ ਪਾਈ ਊਹਾਂ ਖੈਰ ਸਦਾ ਮੇਰੇ ਭਾਈ। ਵੀ ਮੈਨੂੰ ਨਹੀਂ ਭਾਈ ਰਿਹਾ ਕਿਸੇ ਦਾ ਡਰ, ਨਾ ਸੰਸਾ, ਨਾ ਸਹਿਮ, ਨਾ ਭਰਮ, ਨਾ ਵਹਿਮ, ਨਾ ਕੋਈ ਕਰਮ ਕਾਂਡ ਤੇ ਨਾ ਹੀ ਕੋਈ ਹੋਰ ਦਾਨ ਪੁੰਨ ਇਹੋ ਜਿਹਾ ਕਿ ਵੀ ਜਿਹੜਾ ਮੈਨੂੰ ਕਰਨਾ ਪੈ ਜਾਵੇ ਮੁਕਤੀ ਲਈ ਜਾਂ ਪਰਮਾਤਮਾ ਦੀ ਪ੍ਰਸੰਨਤਾ ਲਈ, ਜੀਵਨ ਦੀ ਚੜ੍ਹਦੀ ਕਲਾ ਸਫਲਤਾ ਲਈ ਮੈਨੂੰ ਨਹੀਂ ਭਾਈ ਹੋਰ ਕਿਸੇ ਸਹਾਰੇ ਦੀ ਲੋੜ, ਕਿਉਂਕਿ ਮੈਨੂੰ ਮਿਲ ਗਿਆ, ਹਰੀ ਮਿਲ ਗਿਆ। ਮੈਨੂੰ ਕਿੱਥੇ ਮਿਲ ਗਿਆ? ਪਹਿਲਾਂ ਤਾਂ ਸੀ ਭੁਲੇਖਾ ਹੀ। ਉਹ ਸਾਰਾ ਨਕਸ਼ਾ ਭਗਤ ਰਵਿਦਾਸ ਜੀ ਨੇ ਸ਼ਬਦ ਦੇ ਵਿੱਚ ਦੱਸ ਦਿੱਤਾ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਬਸ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ ਸਮਝ ਚੱਲੀਏ ਤੇ ਇੱਕ ਕੋਈ ਸਿੱਖਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਲੈ ਚੱਲੀਏ, ਅੱਜ ਦਾ ਆਉਣਾ ਤਾਂ ਸਫਲ ਹੋਵੇਗਾ ਹੀ, ਸਾਡਾ ਪੂਰਾ ਜੀਵਨ ਸਫਲ ਹੋ ਸਕਦਾ ਹੈ। ਕਿਉਂਕਿ ਚਿਣਗ ਛੋਟੀ ਜਿਹੀ ਕਾਫੀ ਹੁੰਦੀ ਹੈ, ਸਿੱਖਿਆ ਇੱਕ ਹੀ ਕਾਫੀ ਹੁੰਦੀ ਹੈ ਜੇਕਰ ਉਹ ਸਿੱਖਿਆ ਅਸੀਂ ਗ੍ਰਹਿਣ ਕਰ ਲਈਏ। ਇਹ ਮੋਹਰ ਗੁਰੂ ਨਾਨਕ ਸਾਹਿਬ ਜੀ ਲਾਉਂਦੇ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ, ਜਦੋਂ ਸਾਨੂੰ ਦੱਸਿਆ ਕਿ ਰੱਬ ਦਾ ਸੁਭਾਅ ਕੀ ਹੈ, ਉਹਦੀ ਸ਼ਕਲ ਸੂਰਤ ਮੂਰਤ ਕੈਸੀ ਹੈ, ਉਹਦੇ ਨਾਲ ਕਿਸ ਤਰ੍ਹਾਂ ਆਪਣਾ ਸੰਬੰਧ ਬਣਾ ਲਈਏ, ਚੌਥੀ ਪੌੜੀ 'ਚ ਦੱਸਦੇ ਨੇ ਦਿਓ ਜਰਾ ਕੁ ਧਿਆਨ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖਾਂ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਇਸ ਤਰ੍ਹਾਂ ਜਾਣਨਾ। ਔਰ ਨਾਲ ਦੀ ਪੌੜੀ 'ਚ ਫਿਰ ਕੀ ਕਹਿ ਗਏ? ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਜੇ ਇੱਕ ਸਿੱਖਿਆ ਵੀ ਧਿਆਨ ਦੇ ਨਾਲ ਸੁਣ ਲਈ ਦਾ ਮਤਲਬ ਕਮਾ ਲਈ, ਧਾਰਨ ਕਰ ਲਈ, ਤਾਂ ਫਿਰ ਬਣ ਆਵੇਗੀ। ਫਿਰ ਅੰਦਰੋਂ ਹੀ ਆਵਾਜ਼ ਆਵੇਗੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਲੀ। ਭਗਤ ਰਵਿਦਾਸ ਜੀ ਜਦੋਂ ਉਹਨਾਂ ਨੇ ਪਾਇਆ ਤਾਂ ਅਗਲਾ ਸਵਾਲ ਸੀ ਵੀ ਕਿਸ ਤਰ੍ਹਾਂ ਪਾਇਆ ਇਹ, ਸਾਨੂੰ ਤਾਂ ਬਣਦੀ ਨਹੀਂ ਗੱਲ। ਫਿਰ ਉਹ ਕਹਿੰਦੇ ਨੇ ਆਪਣੀ ਗੱਲ ਦੱਸਦੇ ਨੇ, ਰੱਬ ਨਾਲ ਕਹਿੰਦੇ ਦੇਖੋ ਮੇਰੀ ਗੱਲ ਹੁੰਦੀ ਤੁਮ ਮਖਟੂ ਸੁਪੇਦ ਸਪੀਲ ਸੰਗ ਤੁਮਾਰੇ ਬਾਸਾ। ਉਹਨਾਂ ਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਹੇ ਰੱਬਾ ਤੂੰ ਤਾਂ ਹੈਗਾ ਰੇਸ਼ਮ ਤੇ ਮੈਂ ਰੇਸ਼ਮ ਦਾ ਕੀੜਾ, ਮੈਂ ਵਪਰੋ ਜਸ ਕੀੜਾ ਕਹਿੰਦੇ ਮੈਂ ਕੀੜਾ। ਉਹ ਕੀੜਾ ਕੀ ਕਰਦਾ? ਰੇਸ਼ਮ ਦੇ ਉਸ ਜਿਹਨੂੰ ਆਪਾਂ ਮੱਲ ਵੀ ਕਹਿੰਦੇ ਸੀ ਬੱਚੇ ਹੁੰਦੇ, ਰੇਸ਼ਮ ਦੀ ਡੱਬੀ ਜੀ ਬਣ ਜਾਂਦੀ ਹੈ ਬੇਰੀਆਂ ਦੇ ਦੁੱਖਾਂ ਤੇ ਉਹਦੇ ਵਿੱਚ ਜਦ ਪੂਰੀ ਕੰਪਲੀਟ ਹੋ ਜਾਂਦੀ ਹੈ ਤਾਂ ਉਹਦੇ ਵਿੱਚੋਂ ਨਿਕਲ ਜਾਂਦਾ ਕੀੜਾ। ਹਮ ਵਪਰੇ ਜਸ ਕੀੜਾ ਕਹਿੰਦੇ ਮੈਂ ਤਾਂ ਤੇਰੇ ਵਿੱਚੋਂ ਕੀੜੇ ਵਾਂਗ ਬਾਹਰ ਆ ਗਿਆ, ਤੂੰ ਰੇਸ਼ਮ ਸੀ। ਹੁਣ ਸਾਡੀ ਸਾਰਿਆਂ ਦੀ ਗੱਲ ਹੋ ਰਹੀ ਹੈ। ਪਰਮਾਤਮਾ ਨੂੰ ਰੇਸ਼ਮ ਕਿਹਾ ਤੇ ਆਪਣੇ ਆਪ ਨੂੰ ਕੀੜਾ, ਵੀ ਮੈਂ ਤੈਨੂੰ ਛੱਡ ਕੇ ਬਾਹਰ ਆ ਗਿਆ, ਮਤਲਬ ਕਿ ਰੱਬ ਦੀ ਰਜ਼ਾ ਚੋਂ ਬਾਹਰ ਨਿਕਲ ਜਾਣਾ। ਫਿਰ ਅਗਲੀ ਗੱਲ ਕੀ ਕਹਿੰਦੇ ਨੇ? ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਸਤ ਸੰਗਤ ਮਿਲ ਰਹੀ ਹੈ ਮਾਧੋ,
ਸਤ ਸੰਗਤ ਦੇ ਵਿੱਚ ਭਾਈ ਕਹਿੰਦੇ ਇਹ ਕਾਰਜ ਤੇਰਾ ਰਾਸ ਹੋਣਾ ਹੈ, ਤੇ ਇਹ ਤੋਂ ਵਧੀਆ, ਇਹ ਤੋਂ ਵੱਡਾ, ਇਹ ਤੋਂ ਪਰੇ ਹੋਰ ਕੋਈ ਵੀ ਸਕੂਲ, ਵਿਦਿਆਲਾ, ਕਾਲਜ, ਯੂਨੀਵਰਸਿਟੀ ਨਹੀਂ ਕਿ ਜਿੱਥੇ ਤੈਨੂੰ ਤੇਰੇ ਮੂਲ ਪਰਮਾਤਮਾ ਦਾ ਮਿਲਾਪ ਹੋ ਜਾਏ। ਹੋਰ ਕੋਈ ਨਹੀਂ, ਉਹ ਇੱਕੋ ਇੱਕ ਸਥਾਨ ਆ, ਉਹ ਹੈ ਸਤ ਸੰਗਤ। ਤੇ ਨਾਲ ਜੁਗਤ ਵੀ ਦੱਸ ਦਿੱਤੀ ਵੀ ਕਰਨੀ ਕਿਵੇਂ ਸਤ ਸੰਗਤ। ਆਪਣੇ ਕੋਲ ਤਾਂ ਬਹੁਤ ਸੁਵਿਧਾਵਾਂ ਨੇ। ਦੇਖੋ ਕਿੰਨਾ ਵੱਡਾ ਹਾਲ ਹੈ। ਕਰੋਨਾ ਕਾਲ ਦੇ ਵਿੱਚ ਸਭ ਤੋਂ ਵੱਡੀ ਸੱਟ ਸੋਸ਼ਲ ਲਾਈਫ ਨੂੰ ਵੱਜੀ ਹੈ, ਸਮਾਜਿਕ ਜੀਵਨ ਨੂੰ, ਤੇ ਅਰਥ ਵਿਵਸਥਾ। ਇੱਕ ਅਰਥ ਵਿਵਸਥਾ, ਇੱਕ ਸਮਾਜਿਕ ਜੀਵਨ। ਤੇ ਆਪਣੇ ਕੋਲ ਤਾਂ ਕਿੰਨਾ ਵੱਡਾ ਹਾਲ ਹੈ। 2585 ਬੰਦੇ ਇੱਥੇ ਚੌਕੜੀ ਮਾਰ ਕੇ ਬਹਿ ਸਕਦੇ ਨੇ, ਇਹਦੀ ਕਪੈਸਿਟੀ ਆਪਣੇ ਹਾਲ ਦੀ। ਔਰ ਫਿਰ ਜਿਹੜੇ ਨਹੀਂ ਥੱਲੇ ਚੌਕੜੀ ਮਾਰ ਕੇ ਬਹਿ ਸਕਦੇ ਉਹਨਾਂ ਲਈ ਕੁਰਸੀਆਂ ਲੱਗੀਆਂ ਨੇ ਵੀ ਚਲੋ ਕੋਈ ਨਹੀਂ, ਕੁਰਸੀਆਂ 'ਤੇ ਬਹਿ ਜਾਓ, ਕੋਈ ਗੱਲ ਨਹੀਂ। ਪਰ ਲਓ ਇਹਦੇ ਵਿੱਚੋਂ ਲੈਣਾ ਕਿਵੇਂ? ਸਤਸੰਗਤ ਵਿੱਚੋਂ ਉਦਾਹਰਨ ਦਿੱਤੀ ਹੈ ਮਦਪ ਮਖੀਰਾ, ਸ਼ਹਿਦ ਦੀਆਂ ਮੱਖੀਆਂ। ਜਿਵੇਂ ਪਹਿਲਾਂ ਤਾਂ ਫੁੱਲ 'ਤੇ ਜਾਂਦੀਆਂ ਨੂੰ ਦੇਖੋ ਕਿਵੇਂ ਜਾਂਦੀਆਂ ਨੇ, ਪਤਾ ਹੀ ਲੱਗਦਾ ਫੁੱਲ ਦੀ ਪੱਤੀ ਨੂੰ ਮਕਰੰਦ ਵਿੱਚੋਂ ਕਿਵੇਂ ਚੂਸ ਲਿਆਉਂਦੀਆਂ ਨੇ। ਕੋਈ ਗੜਬੀ ਨਹੀਂ, ਕੋਈ ਗਲਾਸ ਨਹੀਂ ਉਹਨਾਂ ਕੋਲ, ਕੋਈ ਭਾਂਡਾ ਨਹੀਂ ਹੈ, ਨਸ ਪੋਟਿਆਂ ਦੇ ਵਿੱਚ। ਔਰ ਫਿਰ ਲਿਆ ਕੇ ਛੱਤੇ 'ਚ, ਸਾਰੀਆਂ ਦੇ ਡੰਗ ਹੈ, ਜਿਤਨੀਆਂ ਵੀ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਸਭ ਦੇ ਕੋਲ ਡੰਗ ਹੁੰਦੇ ਨੇ, ਤੇ ਆ ਕੇ ਛੱਤੇ 'ਤੇ ਬੈਠੀ ਜਾਂਦੀਆਂ ਨੇ। ਪਤਾ ਹੀ ਨਹੀਂ ਚੱਲਦਾ, ਪਤਾ ਹੀ ਨਹੀਂ ਚੱਲਦਾ। ਕਈ ਵਾਰ ਤਾਂ ਵੱਡਾ ਛੱਤਾ ਹੋ ਜਾਂਦਾ, ਕਿਸੇ ਸਿਆਣੇ ਨਿਗਾਹ ਪੈਂਦੀ ਹੈ ਵੀ ਹੈ ਇਹ ਤਾਂ ਛੱਤਾ ਲੱਗਿਆ ਇੱਥੇ ਮਖੀਰ ਦਾ, ਪਤਾ ਹੀ ਲੱਗਿਆ ਇੰਨਾ ਵੱਡਾ ਛੱਤਾ। ਵੀ ਇੱਕ ਦਿਨ 'ਚ ਤਾਂ ਲੱਗ ਨਹੀਂ ਸਕਦਾ, ਘੱਟੋ ਘੱਟ ਵੀ ਆ ਜਿਹੜਾ ਹੁਣ ਰੁੱਤ ਆਉਣੀ ਹੈ ਬਸੰਤ ਦੀ, ਇਹਨਾਂ ਦਿਨਾਂ 'ਚ ਸ਼ਾਇਦ ਲੱਗਦੇ ਹੁੰਦੇ ਆਮ ਕਰਕੇ। ਕਿੱਡਾ ਛੱਤਾ ਬਣ ਜਾਂਦਾ, 2 ਮਹੀਨੇ 'ਚ ਪੂਰਾ ਹੁੰਦਾ। ਪਤਾ ਉਦੋਂ ਲੱਗਦਾ ਜਦੋਂ ਪੂਰਾ ਭਰ ਜਾਂਦਾ। ਕਹਿੰਦੇ ਤੂੰ ਵੀ ਸਤ ਸੰਗਤ ਇਸੇ ਤਰ੍ਹਾਂ ਕਰਿਆ ਕਰ ਜਿਵੇਂ ਮਧੂ ਮੱਖੀ ਕਰਦੀ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਕਹਿੰਦੇ ਇਹਦੇ 'ਚ ਗੱਲ ਬਣਨੀ ਹੈ, ਬਸ ਤੂੰ ਜੁਗਤੀ ਮੱਖੀ ਤੋਂ ਸਿੱਖ ਲਾ। ਇੰਨਾ ਸਰਲ। ਔਰ ਜਦੋਂ ਇਹ ਜੁਗਤੀ ਨਾਲ ਸਤਸੰਗ ਹੋਣ ਲੱਗ ਪਈ, ਫਿਰ ਕੀ ਹੋਣਾ ਹੈ? ਪਤਾ ਲੱਗਣਾ ਵੀ ਮੈਂ ਕਿੱਥੇ ਸੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ ਰਾਜ। ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਕਹਿੰਦੇ ਹੁਣ ਪਤਾ ਲੱਗਿਆ ਭਈ ਇਹ ਤਾਂ ਰੱਸੀ ਤੇ ਸੱਪ ਦੇ ਭੁਲੇਖੇ ਵਾਲੀ ਗੱਲ ਹੋ ਗਈ। ਇਹ ਤਾਂ ਰਾਜੇ ਦੇ ਸਿੰਘਾਸਨ ਤੇ ਬੈਠੇ ਬੈਠੇ ਨੂੰ ਆਈ ਨੀਂਦ ਵਿੱਚ ਸੁਪਨੇ ਵਾਲੀ ਗੱਲ ਹੋ ਗਈ ਮੇਰੇ ਨਾਲ। ਹੁਣ ਪਤਾ ਲੱਗਿਆ ਵੀ ਮੈਂ ਤਾਂ ਭੁਲੇਖੇ ਵਿੱਚ ਸੀ, ਮੈਂ ਤਾਂ ਐਵੇਂ ਇੱਧਰ ਉੱਧਰ ਦੌੜੀ ਗਿਆ, ਖੱਬੇ ਸੱਜੇ ਉੱਪਰ ਥੱਲੇ ਦੇਖੀ ਗਿਆ ਰੱਬ ਨੂੰ, ਸ਼ਾਇਦ ਇਹ ਰੂਪ 'ਚ ਮਿਲ ਜੂਗਾ, ਸ਼ਾਇਦ ਆਹ 'ਚ ਮਿਲ ਜੂਗਾ। ਕੁਝ ਸਾਡੇ ਜਿਹੜੇ ਸਰਬਰਾਹ ਸੀ ਉਹਨਾਂ ਨੇ ਵੀ ਬਹੁਤ ਭੁਲੇਖੇ ਪਾ ਦਿੱਤੇ ਵੀ ਠਹਿਰ ਜੋ ਮੈਂ ਗੱਲ ਕਰਕੇ ਆਉਣਾ ਗੁਰੂ ਨਾਲ, ਪਈ ਇਹ ਗੱਲ ਦੱਸੂਗਾ, ਮੈਂ ਗੁਰੂ ਨੂੰ ਮਿਲੂੰਗਾ। ਆਪਾਂ ਫਿਰ ਕੀ ਸਮਝ ਬੈਠੇ ਵੀ ਇਹਨੂੰ ਤਾਂ ਗੁਰੂ ਨਾਨਕ ਮਿਲਦਾ ਕਮਰੇ 'ਚ ਆ ਕੇ। ਐਡਾ ਵੱਡਾ ਝੂਠ ਦਾ ਪਲੰਦਾ ਖੜਾ ਕਰ ਲਿਆ ਹੋਰ ਅੱਗੇ। ਪਹਿਲਾਂ ਸਾਡੇ ਅੰਦਰ ਪਹਿਲਾਂ ਹੀ ਸੀ, ਇੱਕ ਹੋਰ ਖੜਾ ਕਰ ਦਿੱਤਾ ਵੀ ਲੈ ਹੁਣ ਮਿਲੂਗਾ ਮੈਨੂੰ। ਚੱਲ ਠੀਕ ਹੈ, ਮੰਨ ਲਈਏ ਵੀ ਭਾਈ ਤੇਰੀ ਗੱਲ ਹੈ, ਆ ਕੇ ਦੱਸ ਦੇ। ਔਰ ਫਿਰ ਦੱਸਿਆ ਕਿ ਫਿਰ ਕੀ ਬਣ ਗਈ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ। ਰਾਤ ਹੀ ਆਪਾਂ ਨੇ ਪੜ੍ਹਿਆ ਸੀ ਬਚਨ ਕਬੀਰ ਜੀ ਦਾ। ਕੈਦਖਾਨਾ ਬਣ ਕੇ ਰਹਿ ਗਈ ਸਾਡੀ ਜ਼ਿੰਦਗੀ। ਵਹਿਮਾਂ ਭਰਮਾਂ ਪਖੰਡਾਂ ਕਰਮਾਂ ਕਾਂਡਾਂ ਦੇ ਕੈਦਖਾਨਿਆਂ ਦੇ ਵਿੱਚ ਅਸੀਂ ਉਲਝ ਕੇ ਰਹਿ ਗਏ। ਔਰ ਹੋਰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆ ਵੀ ਪੈਦਾ ਹੋ ਗਈਆਂ। ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਹੁਣ ਕੁਛ ਮੈਨੂੰ ਪਤਾ ਲੱਗ ਗਿਆ। ਕੀ ਪਤਾ ਲੱਗਿਆ ਭਾਈ? ਕਹਿ ਰਵਿਦਾਸ ਸਰਬੇ ਏਕ ਅਨੇਕੈ ਸੁਆਮੀ, ਸਭ ਘਾਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਤੂੰ ਸਹਿਜ ਵਿੱਚ ਆ ਤਾਂ ਸਹੀ ਕਦੇ, ਆਤਮਕ ਅਡੋਲਤਾ ਵਿੱਚ ਟਿਕਣ ਦਾ ਯਤਨ ਤਾਂ ਕਰ। ਬਾਣੀ ਦੇ ਵਿੱਚ ਜਿਹੜੀ ਦਵਾਈ ਦਿੱਤੀ ਹੈ ਉਹ ਦਵਾਈ ਲੈ ਲਾ, ਤੇ ਜਿਹੜਾ ਸੰਜਮ ਦੱਸਿਆ ਉਹ ਸੰਜਮ ਰੱਖ ਲਾ ਕੁਝ ਸਮੇਂ ਲਈ। 24 ਘੰਟੇ ਵਾਸਤੇ ਤਾਂ ਦੇਖ ਲੈ ਰੱਖ ਕੇ। ਵੈਸੇ ਤਾਂ ਅੱਗੇ ਸਿਆਣੇ ਕਹਿੰਦੇ ਸੀ ਚਲੀਸਾ ਉਹਦਾ ਨਾਂ ਰੱਖਿਆ ਗਿਆ, ਉਹਦੇ ਪਿੱਛੇ ਕੁਝ ਜ਼ਰੂਰ ਗੱਲ ਹੁੰਦੀ ਹੈ। ਚਲੀਸੇ ਦੇ ਵੀ 40 ਦਿਨ ਅੰਮ੍ਰਿਤ ਦੇ ਲਈ ਅਨਾਊਂਸਮੈਂਟ ਕੀਤੀ ਗਈ ਹੈ
ਭਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਣਾ ਹੈ। ਅਗਲੇ ਮਹੀਨੇ ਬਸੰਤ ਦਾ ਤਿਉਹਾਰ ਵੀ ਮਨਾਉਣਾ ਹੈ, ਉੱਤੇ ਬਾਅਦ ਵਿਸਾਖੀ ਆਉਣੀ ਹੈ। ਤੇ ਜਿਹੜੇ ਅੰਮ੍ਰਿਤ ਅਭਿਲਾਖੀ ਨੇ ਉਹ ਤਿਆਰ ਬਰ ਤਿਆਰ ਰਹਿਣ, ਅਭਿਲਾਖੀ। ਤੇ ਨਾਲ ਇੱਕ ਹੋਰ ਬਚਨ ਵੀ ਕਿਹਾ ਸੀ ਵੀ ਜਿਨ੍ਹਾਂ ਦਾ ਟੁੱਟ ਭੱਜ ਗਿਆ, ਬਿਲਕੁਲ ਸਹੀ ਕਿਹਾ ਉਹਨਾਂ ਨੇ। ਟੁੱਟਦਾ ਨਹੀਂ ਹੁੰਦਾ, ਪਰ ਆਪਾਂ ਸਮਝ ਬੈਠਦੇ ਹਾਂ। ਕਈ ਵਾਰ ਕਹਿ ਦਿੰਦੇ ਮੇਰਾ ਤਾਂ ਅੰਮ੍ਰਿਤ ਟੁੱਟ ਗਿਆ। ਕਿੱਦਾਂ ਟੁੱਟ ਗਿਆ? ਜਹਾਜ਼ ਜਿਹੜਾ ਸੀ ਕਿਰਪਾਨ ਉਹਨਾਂ ਲਾਉਣੀ ਪੈ ਗਈ। ਭਾਈ ਉਹ ਅੰਮ੍ਰਿਤ ਕਾਹਦਾ ਜਿਹੜਾ ਇੱਕ ਗਾਤਰਾ ਲਾਉਣ ਨਾਲ ਟੁੱਟ ਜਾਵੇ? ਕਾਹਦਾ ਅੰਮ੍ਰਿਤ ਹੈ ਫਿਰ ਉਹ? ਆਪਣੇ ਅੰਦਰਲੇ ਕਕਾਰਾਂ ਨੂੰ ਸੰਭਾਲੀਏ, ਜਿਹੜੇ ਅੰਦਰ ਕਕਾਰ ਪਹਿਨਾਇਆ ਨਾ, ਜਿਨ੍ਹਾਂ ਕਰਕੇ ਗੁਰੂ ਜੀ ਨੇ 5 ਪਿਆਰੇ ਸਾਜੇ ਤੇ ਅੱਗੇ ਕਕਾਰ ਬਖਸ਼ਿਸ਼ ਕੀਤੇ। ਇਹਨਾਂ ਦਾ ਮਤਲਬ ਤਾਂ ਅੰਦਰ ਦਾ ਹੈ ਵੀ ਤੇਰੇ ਅੰਦਰ ਇਹ 5 ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ ਅੰਦਰ ਕਾਇਮ ਹਨ। ਜੇ ਤਾਂ ਅੰਦਰ ਹੈ ਤੇਰੇ ਤੇ ਫਿਰ ਬਾਹਰਲੇ ਫਿਰ ਤੈਨੂੰ ਚਵੱਗਣ ਵਾਂਗ ਲਾ ਦੇਣਗੇ। ਤੇ ਨਹੀਂ ਤਾਂ ਟੁੱਟਿਆ, ਜੇ ਤੂੰ ਇਹ ਗੱਲ ਨਹੀਂ ਸਮਝਦਾ ਫਿਰ ਤਾਂ ਟੁੱਟਿਆ ਹੋਈ ਆ। ਪਰ ਜੇ ਇਹ ਗੱਲ ਸਮਝ ਆ ਗਈ ਫਿਰ ਇਹ ਕਦੀ ਵੀ ਨਹੀਂ ਟੁੱਟਦਾ। ਫਿਰ ਤਾਂ ਅੰਮ੍ਰਿਤ ਹੈ। ਅੰਮ੍ਰਿਤ ਦੇ ਅਰਥ ਹੀ ਇਹੀ ਹੁੰਦੇ ਨੇ, ਮ੍ਰਿਤੀ ਤੋਂ ਰਹਿਤ। ਮ੍ਰਿਤੂ ਅੰਮ੍ਰਿਤ, ਮ੍ਰਿਤ ਤੋਂ ਸ਼ਬਦ ਬਣਿਆ ਅੰਮ੍ਰਿਤ। ਸੋ ਇਹ ਜ਼ਰੂਰ ਧਿਆਨ ਦੇਣਾ ਜੀ। ਭਈ ਭਗਤ ਰਵਿਦਾਸ ਜੀ ਦੇ ਜੀਵਨ 'ਚ ਤਾਂ ਆਹ ਸਿੱਖਿਆ ਲੈ ਲਓ, ਹੱਥਾਂ ਪੈਰਾਂ ਤੋਂ ਵੀ ਨੇੜੇ ਮੈਂ ਦੇਖ ਲਿਆ। ਹਾਥ ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਔਰ ਉਹ ਵੀ ਨਾਮ ਦੇ ਗਏ ਕਿ ਕਹਿ ਰਵਿਦਾਸ ਤੁਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਹਿ ਰਵਿਦਾਸ ਖਲਾਸ ਚਮਾਰਾ। ਭਗਤੀ ਲਹਿਰ ਦੇ ਮੋਢੀ ਰਵਿਦਾਸ ਨੇ ਵੀ ਖਲਾਸ ਸ਼ਬਦ ਵਰਤਿਆ, ਤੇ ਕਬੀਰ ਸਾਹਿਬ ਜੀ ਨੇ ਵੀ ਇਹਦੇ ਉੱਤੇ ਮੋਹਰ ਲਾਈ। ਕੀ ਕਿਹਾ? ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਸਤ ਸੰਗਤ ਮਿਲ ਰਹੀ ਹੈ ਮਾਧੋ। ਰਵਿਦਾਸ ਭਗਤ ਵਿੱਚੋਂ ਵੀ ਉਹਨਾਂ ਦੇ ਜੀਵਨ 'ਚ ਇਹ ਚੀਜ਼ ਲੈ ਲਈਏ, ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਵੀ ਇਹ ਚੀਜ਼ ਲੈ ਲਈਏ ਵੀ ਗੁਰੂ ਬਾਣੀ ਦਾ ਸਤਿਕਾਰ ਕਿਵੇਂ ਕਰਨਾ। ਉਦੋਂ ਹੀ ਮੈਂ ਗੱਲ ਸਾਂਝੀ ਕੀਤੀ ਸੀ ਭਈ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਜ਼ਖਮ ਦੀ ਪਰਵਾਹ ਨਹੀਂ ਕੀਤੀ ਤੇ ਬਾਣੀ ਗਾਉਂਦੇ ਗੁਰਸਿੱਖਾਂ ਦਾ ਸਤਿਕਾਰ ਕੀਤਾ। ਔਰ ਇੰਨਾ ਸਤਿਕਾਰ ਕੀਤਾ ਕਿ ਆਪਣੇ ਪੁੱਤ ਨੂੰ ਵੀ ਬੇਦਖਲ ਕਰ ਦਿੱਤਾ ਜਦੋਂ ਪਤਾ ਲੱਗਿਆ ਵੀ ਇਹਨੇ ਬਾਣੀ ਦੀ ਤੁਕ ਨੂੰ ਜੀ ਮਰੋੜ ਦਿੱਤਾ ਹੈ। ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਇਹਨੇ ਮਿੱਟੀ ਬੇਈਮਾਨ ਦੀ ਕਹਿ ਦਿੱਤਾ। ਹਕੂਮਤ ਦੇ ਦਬਾਅ ਥੱਲੇ ਆ ਕੇ ਉਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਜਿੱਧਰ ਨੂੰ ਮੂੰਹਾਂ ਚਲੇ ਜਾਵੇ ਮੇਰੇ ਮੱਥੇ ਨਾ ਲੱਗੇ। ਇਹਨਾਂ ਦੋਨਾਂ ਹਸਤੀਆਂ ਦੇ ਜੀਵਨ ਵਿੱਚੋਂ ਸਿੱਖ ਲਈਏ ਸਤਸੰਗ ਕਰਨੀ, ਗੁਰਬਾਣੀ ਦਾ ਅਦਬ ਕਰਨਾ, ਗੁਰਬਾਣੀ ਦੀ ਸਮਝ ਲੈ ਕੇ ਜੀਣਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਗੁਰੂ ਸੰਗਤ ਬਖਸ਼ਣਹਾਰ। ਹਸਤੀਆਂ ਦੇ ਜਨਮ ਦਿਨ ਦੀ ਵਧਾਈ ਤਾਂ ਹੈ ਹੀ, ਪਰ ਸਤ ਸੰਗਤ ਦੇ ਵਿੱਚ ਬੈਠਣ ਨੂੰ ਬਹੁਤ ਵੱਡੀ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।